सारे बच्चों को प्यार भरी सत श्री अकाल। बच्चों स्वागत है तुहाडा नवीं वीडियो विच। पहला बच्चों आपां पंजाबी मीडियम विच बहुत सारिया वीडियो कवर कीतियां ने। हुण आपां 10वीं श्रेणी नूं पंजाब स्कूल सिक्ख्या बोर्ड ते 2021-22 के सैशन तहत आपां लैसन शुरू करन लगे हाँ। चैप्टर साडा हैगा वा 11 क्लास 10वीं ह्यूमन आई एंड कलरफुल वर्ड। ये आपां टैक्सट बुक के जिहड़े लास्ट क्वेश्चन आंसर भी कवर करने हैं ते आपां जो उहदे पेज के क्वेश्चन आंसर आ आपां इन टैक्सट क्वेश्चन आंसर भी कवर करने हैं। सब तो पहला साडे कोल क्वेश्चन आ वट इज मैंट बाय पावर ऑफ अकोमोडेशन ऑफ आई। ਇਹਦਾ ਜਿਹੜਾ ਸਾਡਾ ਆਨਸਰ ਆ ਉਹ ਹੈਗਾ ਵਾ ਵੀ ਜਿਹੜੀ ਆ ਪਾਵਰ ਆਫ ਅਕੋਮੋਡੇਸ਼ਨ ਆਫ ਆਈ ਆ ਉਹ ਕੀ ਹੁੰਦੀ ਆ। ਉਹ ਹੈਗੀ ਆ ਦਾ ਅਬਿਲਿਟੀ ਆਫ ਆਈ ਲੈਂਜ ਟੂ ਐਡਜਸਟ ਇਟਸ ਫੋਕਲ ਲੈਂਥ ਇਜ਼ ਕਾਲਡ ਪਾਵਰ ਆਫ ਅਕੋਮੋਡੇਸ਼ਨ। ਵੀ ਜਿਹੜੀ ਅੱਖ ਦਾ ਲੈਂਜ ਆ ਉਹਦੀ ਅਬਿਲਿਟੀ ਉਹਨੇ ਆਪਣੀ ਜਿਹੜੀ ਆ ਐਡਜਸਟ ਕਰਨੀ ਆ ਫੋਕਲ ਲੈਂਥ ਫੋਕਲ ਦੂਰੀ ਨੂੰ ਜਿਹੜੀ ਉਹਨੇ ਐਡਜਸਟ ਕਰਨ ਦੀ ਜਿਹੜੀ ਉਹਦੀ ਪਾਵਰ ਆ ਉਹਨੂੰ ਹੀ ਪਾਵਰ ਆਫ ਅਕੋਮੋਡੇਸ਼ਨ ਆਫ आई लैंज कहा जाता है। साढ़े को दूसरा प्रश्न आ ए परसन विद दे मायोपिक आई कैन नॉट सी ऑब्जेक्ट्स बियॉन्ड 1.2 मीटर डिस्टिंक्टली। वट शुड बी द टाइप ऑफ द कोरैक्टिव लेंस यूज टू रीस्टोर प्रोपर विजन। हुण इहदा जिहड़ा आंसर आ ਉਹ ਹੈਗਾ ਵਾ ਕਨਕੇਵ ਲੈਂਜ। ਕਿਉਂਕਿ ਜਿਹੜਾ ਕਨਕੇਵ ਲੈਂਜ ਆ ਉਹਨੂੰ ਆਪਾਂ ਡਾਈਵਰਸਿੰਗ ਲੈਂਜ ਕਹਿੰਦੇ ਆ। ਉਹ ਰੇ ਆਫ ਲਾਈਟ ਨੂੰ ਖਿਲਾਰਦਾ ਵਾ, ਇਕੱਠੀਆਂ ਨਹੀਂ ਕਰਦਾ, ਖਿਲਾਰਦਾ ਵਾ। ਅਤੇ ਜਿਹੜੇ ਪਰਸਨ ਨੂੰ ਨੁਕਸ ਆ ਮਾਇਓਪਿਕ ਆਈ ਉਹਨੂੰ ਇੱਕ ਡਿਜ਼ੀਜ਼ ਆ ਵੀ ਉਹ चीज़ां नहीं वेख सकदा 1.2 मीटर तो पिछे चीज़ां नहीं वेख सकदा। क्यों नहीं वेख सकदा, किहड़ा नुक्स आ इहदा मतलब वो किदां ठीक होना वा वो होना कनकेव लैंज नाल ठीक। आपां इहदी जिहड़ी डिटेल आ इसे लैसन दे लास्ट लॉन्ग क्वेश्चनां विच कवर करांगे। साढ़े को तीसरा प्रश्न आ जाता वा वट इज़ फार पॉइंट एंड नीयर पॉइंट ऑफ द ह्यूमन आई विद नॉर्मल विजन। भी जिहड़ा अख दा दूर पॉइंट ते नीयर पॉइंट ह्यूमन आई दा जे नॉर्मल विजन कंपेयर करिए तो की हुंदा वा। इहदा जिहड़ा आंसर आ द पॉइंट अप टू विच आई कैन नॉट सी ऑब्जैक्ट क्लीयरली इज़ कॉल्ड फार पॉइंट ऑफ आई। वो अख दा पॉइंट जिहदे तो बाद ਅੱਖ ਨੂੰ ਕਲੀਅਰ ਦਿਖਣਾ ਬੰਦ ਹੋ ਜਾਏ ਉਹਨੂੰ ਕਹਿੰਦੇ ਆ ਫਾਰ ਪੁਆਇੰਟ ਆਫ ਆਈ। ਅਤੇ ਅਗਲੀ ਗੱਲ ਆ ਦਾ ਮਿਨੀਮਮ ਡਿਸਟੈਂਸ ਐਟ ਵਿੱਚ ਉਹ ਘੱਟੋ ਘੱਟ ਦੂਰੀ ਐਟ ਵਿੱਚ ਆਬਜੈਕਟਸ ਕੈਨ ਬੀ ਸੀਨ ਵਿਦਆਊਟ ਸਟ੍ਰੇਨ। ਵੀ ਆਪਾਂ ਉਹ ਘੱਟੋ ਘੱਟ ਦੂਰੀ ਜਿਹਦੇ ਰਾਹੀਂ ਆਪਾਂ ਆਬਜੈਕਟ ਵੇਖੀਏ ਪਰ ਸਾਡੀ ਅੱਖ 'ਤੇ ਜ਼ੋਰ ਨਾ ਪਵੇ, ਅੱਖ 'ਤੇ ਕੋਈ ਕਿਸੇ ਪ੍ਰਕਾਰ ਦਾ ਪ੍ਰੈਸ਼ਰ ਨਾ ਪਵੇ, ਕੋਈ ਸਟ੍ਰੇਨ ਨਾ ਪਵੇ, ਉਹਨੂੰ ਕਹਿੰਦੇ ਆ ਨੀਅਰ ਪੁਆਇੰਟ ਆਫ ਆਈ। ਜੇ ਆਪਾਂ ਗੱਲ ਕਰੀਏ ਫਾਰ ਅਡਲਟ ਨੋਰਮਲ ਵਿਜ਼ਨ ਸਾਡੀ ਕਿੰਨੀ ਆ ਉਹ ਹੈਗੀ ਆ 25 ਸੈਂਟੀਮੀਟਰ। ਵੀ ਘੱਟੋ ਘੱਟ 25 ਸੈਂਟੀਮੀਟਰ 'ਤੇ ਕਿਤਾਬ ਸਾਡੀ ਅੱਖ ਲਾਗੇ ਹੋਏਗੀ ਅਤੇ ਸਾਡੀ ਜਿਹੜੀ ਅੱਖ ਆ ਉਹਨੂੰ ਚੰਗੀ ਤਰ੍ਹਾਂ फोकल लेंथ फोकल दूरी जी इमेज है वो चंगी बनेगी, कोई धुंधली नहीं बनेगी। जे आप 25 सेंटीमीटर तो किताब नूं नेड़े लियावांगे तो साडी अख ते जोर पवेगा, स्ट्रेन पवेगा तो इमेज भी धुंधली होवेगी। हुण साडा चौथा जिहड़ा प्रश्न ते लास्ट प्रश्न आ लास्ट इस पेज दा वो आ A student has difficulty reading the blackboard while sitting in last row। क्लास सेम विच लास्ट बेंच ते बच्चा बैठा वा ਉਹਨੂੰ ਚੰਗੀ ਤਰ੍ਹਾਂ ਬਲੈਕਬੋਰਡ 'ਤੇ ਦਿਖਾਈ ਨਹੀਂ ਦੇ ਰਿਹਾ। ਵਟ ਕੁਡ ਬੀ ਦਾ ਡਿਫੈਕਟ ਦਾ ਚਾਈਲਡ ਇਜ਼ ਸਫਰਿੰਗ ਫਰੋਮ। ਉਹ ਬੱਚੇ ਨੂੰ ਕਿਹੜੀ ਬਿਮਾਰੀ ਲੱਗੀ ਅੱਖ ਦੀ, ਕਿਹੜਾ ਡਿਫੈਕਟ ਆ। ਹਾਊ ਕੈਨ ਇਟ ਬੀ ਕਰੈਕਟਡ, ਉਹਨੂੰ ਕਿੱਦਾਂ ਠੀਕ ਕਰ ਸਕਦੇ ਆਪਾਂ। ਪਹਿਲੀ ਗੱਲ ਹੈ ਵੀ ਜਿਹੜਾ ਚਾਈਲਡ ਸਫਰ ਕਰ ਰਿਹਾ ਵਾ ਉਹ ਹੈਗਾ ਵਾ ਮਾਇਓਪੀਆ, ਉਹਨੂੰ ਕਹਿੰਦੇ ਆ ਨੀਅਰ ਸਾਈਟਡਨੈਸ। ਅਤੇ ਉਹ ਕਰੈਕਟ ਕਰਨਾ ਹੁੰਦਾ ਵਾ ਉਹ ਕਰੈਕਟ ਹੁੰਦਾ ਵਾ ਕਨਕੇਵ ਲੈਂਜ। ਕਨਕੇਵ ਲੈਂਜ ਦੀ ਗੱਲ ਕਰੀਏ ਤਾਂ ਕਨਕੇਵ ਲੈਂਜ ਮੈਂ ਅੱਗੇ ਵੀ ਦੱਸਿਆ ਵਾ ਵੀ ਜਿਹੜਾ ਰੇ ਆਫ ਲਾਈਟ ਨੂੰ ਖਿਲਾਰਦਾ ਵਾ। ਮਤਲਬ ਇਹ ਹੋਇਆ ਵੀ ਮਾਇਓਪੀਆ ਫਿਰ ਕਿਹੜਾ ਨੁਕਸ ਹੋਇਆ ਵੀ ਜਿਹੜੀ ਇਮੇਜ ਬਣੀ ਆ ਉਹ ਰੈਟੀਨਾ ਦੇ
ਪਹਿਲਾਂ ਬਣ ਗਈ। ਰੈਟਨਾ ਤੇ ਰੇ ਆਫ ਲਾਈਟ ਨੇ ਜਾ ਕੇ ਪਹੁੰਚਣਾ ਹੀ, ਰੈਟਨਾ ਨੂੰ ਜਾ ਕੇ ਟਕਰਾਉਣਾ ਹੀ, ਪਰ ਨਹੀਂ ਟਕਰਾਏ, ਉਹ ਪਹਿਲਾਂ ਬਣ ਗਏ। ਫਿਰ ਉਸ ਬੰਦੇ ਨੂੰ ਕਿਹੜੀਆਂ ਐਨਕਾਂ ਲਾਉਣੀਆਂ ਪੈਣੀਆਂ ਵਾ? ਉਹ ਲਾਉਣੀਆਂ ਪੈਣੀਆਂ ਵਾ ਕਨਕੇਵ ਲੈਂਸ ਦੀਆਂ, ਤਾਂ ਕਿ ਰੇਜ਼ ਆਫ ਲਾਈਟ ਥੋੜ੍ਹੀ ਜਿਹੀ ਖਿਲਰੇ ਅਤੇ ਰੈਟਨਾ 'ਤੇ ਪ੍ਰੋਪਰ ਜਾ ਕੇ ਟਕਰਾਵੇ, ਅਤੇ ਉੱਥੋਂ ਜਿਹੜਾ ਸਿਗਨਲ ਆ ਉਹ ਬ੍ਰੇਨ ਨੂੰ ਇਲੈਕਟ੍ਰੀਕਲ ਜਿਹੜਾ ਸਿਗਨਲ ਆ ਓਪਟਿਕ ਨਰਵਸ ਦੇ ਰਾਹੀਂ ਪਹੁੰਚੇ ਅਤੇ ਉਹ ਸਾਨੂੰ ਇਮੇਜ ਦਿਖਾਈ ਦੇਵੇ। ਬਹੁਤੀ ਡਿਟੇਲ ਆਪਾਂ ਅਗਲੇ ਵੱਡਿਆਂ ਵਿੱਚ ਪੜ੍ਹਦੇ ਹਾਂ ਜੀ। ਹੁਣ ਸਾਡੇ ਕੋਲ ਸਫਾ 2 ਆ ਗਿਆ ਇਸੇ ਪਾਠ ਦਾ। ਹਾਂਜੀ, ਕੁਐਸਚਨ 5 ਆ ਗਿਆ। A person needs a lens of power -5.5 diopter for correcting his distant vision। ਜਿਹੜੀ ਉਹਦੀ ਦੂਰ ਦੀ ਨਿਗਾਹ ਵਾ ਉਹਨੂੰ ਕਰੈਕਟ ਕਰਨ ਵਾਸਤੇ -5.5 ਡਾਇਓਪਟਰ ਜਿਹੜਾ ਵਾ ਰੀਡਿੰਗ ਹੈ ਉਹਦੀ। ਫਾਰ ਕਰੈਕਟਿੰਗ ਹਿਜ਼ ਨੀਅਰ ਵਿਜ਼ਨ ਹੀ ਨੀਡ ਲੈਂਜ ਆਫ, ਜੇ ਉਹਨੂੰ ਆਪਣੇ ਨੇੜੇ ਦੀ ਵਿਜ਼ਨ ਠੀਕ ਕਰਨੀ ਆ ਤਾਂ ਉਹ ਲੈਂਜ +1.5 ਡਾਇਓਪਟਰ ਦਾ ਯੂਜ਼ ਕਰਦਾ ਵਾ। ਵਾਟ ਇਜ਼ ਦਾ ਫੋਕਲ ਲੈਂਥ ਆਫ ਲੈਂਜ ਰਿਕੁਆਇਰਡ ਫਾਰ ਕਰੈਕਟਿੰਗ ਡਿਸਟੈਂਸ ਵਿਜ਼ਨ ਐਂਡ ਨੀਅਰ ਵਿਜ਼ਨ। ਹੁਣ ਇਹਨਾਂ ਦੋਵਾਂ ਵਿਜ਼ਨ ਦੀ ਆਪਾਂ ਫੋਕਲ ਲੈਂਥ ਨੂੰ ਕਵਰ ਕਰਨਾ ਵਾ। ਆਨਸਰ ਸਾਡਾ ਸਟਾਰਟ ਆ, ਵੇਖੋ ਧਿਆਨ ਨਾਲ। ਮੈਂ ਬੱਚੋ ਪਹਿਲਾਂ ਕੱਢ ਚੁੱਕਾ ਵਾਂ ਤਾਂ ਕਿ ਸਾਡਾ ਟਾਈਮ ਘੱਟ ਵੇਸਟ ਹੋਵੇ ਅਤੇ ਵੀਡੀਓ ਵੱਧ ਤੋਂ ਵੱਧ ਕਵਰਿੰਗ ਸਾਡੀ ਹੋ ਸਕੇ। ਇਹ ਆਪਾਂ ਲੈਸਨ ਨੂੰ 2 ਜਾਂ 3 ਵੀਡੀਓਜ਼ ਵਿੱਚ ਕਵਰ ਕਰਾਂਗੇ। ਅਤੇ ਚੈਨਲ ਨੂੰ ਸਭ ਤੋਂ ਪਹਿਲਾਂ, ਜੇ ਪਹਿਲਾਂ ਵਾਰੀ ਚੈਨਲ 'ਤੇ ਆਏ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਆਪਣਾ ਬੈਲ ਨੂੰ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਵੀਡੀਓ ਦੇ ਮਿਲ ਸਕਣ। ਆਨਸਰ ਆ ਜਾਂਦਾ ਵਾ ਪਹਿਲੇ ਪੁਆਇੰਟ ਸਾਡੇ ਕੋਲ ਆਨਸਰ ਆ ਜਿਹੜਾ ਸਾਡਾ ਹੈਗਾ ਡਿਸਟੈਂਟ ਵਿਜ਼ਨ ਵਾਲਾ। ਉਹ 'ਚ ਪਾਵਰ ਆਫ ਲੈਂਸ ਦੀ ਪੀ ਸਾਨੂੰ ਦਿੱਤੀ ਆ 5.5 ਡਾਇਓਪਟਰ, ਅਤੇ ਆਪਾਂ ਫੋਕਲ ਲੈਂਥ ਮੰਨ ਲੈਣੀ ਹੈ ਐਫ, ਜਿਹੜੀ ਆਪਾਂ ਮੰਨ ਚੁੱਕੇ ਹਾਂ। ਅਤੇ ਨੈਕਸਟ ਆਪਾਂ ਜਾਣਾ ਵਾ ਪੀ ਪਾਵਰ। ਪੀ ਪਾਵਰ ਸਹੀ ਮੰਨਣੀ ਆ। ਪਾਵਰ ਸਾਡੇ ਕੋਲ ਹੁੰਦੀ ਆ 1/f, ਅਤੇ ਜੇ ਆਪਾਂ ਐਫ ਨੂੰ ਅੱਗੇ ਲਿਆਈਏ, ਐਫ ਨੂੰ ਅੱਗੇ ਕੱਢ ਲਈਏ ਅਤੇ 1/p ਹੋ ਜਾਏਗਾ। ਇਹ ਬਰਾਬਰ ਹੋ ਜਾਏਗਾ 1/p ਸਾਡੇ ਕੋਲ ਹੈਗਾ ਵਾ 5.5। ਉਹਨੂੰ ਆਪਾਂ ਪਾਵਰ ਲਾਵਾਂਗੇ ਅਸੀਂ ਇੱਥੇ ਲਿਖ ਸਕਦੇ ਹਾਂ 10/55। ਆਪਾਂ ਇਹਨੂੰ ਹੋਰ ਸਿੰਪਲੀਫਾਈ ਕਰ ਸਕਦੇ ਹਾਂ 10/55 ਲਿਖ ਲੈਣਾ ਵਾ। ਹੁਣ ਆਪਾਂ ਇਹਨੂੰ ਹੱਲ ਕਰ ਲਿਆ ਵਾ, 10 ਵਿੱਚ ਰੱਖਣਾ, 55 ਨਾਲ ਭਾਗ ਕਰ ਦਾਂਗੇ, ਸਾਡੇ ਕੋਲ ਆ ਜਾਏਗਾ -18m। ਅੱਗੇ ਆ ਜਾਓ ਜੀ। ਅੱਗੇ ਸਾਡੇ ਕੋਲ ਹੈਗਾ ਸੀ ਦੂਸਰਾ ਹੈਗਾ ਸੀ ਨੀਅਰ ਵਿਜ਼ਨ ਨੂੰ ਆਪਾਂ ਕਵਰ ਕਰਨਾ ਸੀ। ਹੁਣ ਪਾਵਰ ਸਾਡੇ ਕੋਲ ਕੀ ਇੱਥੇ ਕਿਹੜੀ ਦਿੱਤੀ ਆ +1.5 ਡਾਇਓਪਟਰ। ਲੈਟ ਫੋਕਲ ਲੈਂਥ ਫਿਰ ਐਫ ਮੰਨ ਲੈਣੀ ਆ, ਪੀ 1/f ਕਰ ਦੇਣਾ ਵਾ, ਐਫ 1/p ਹੋ ਜਾਣਾ ਵਾ। 1/p ਕਿੰਨਾ ਵਾ 1.5 ਮੀਟਰ, ਅਤੇ ਇਹਦਾ ਸਾਡੇ ਕੋਲ 10/15 ਹੋ ਜਾਣਾ ਵਾ। ਇਹ ਕੱਟੇ ਜਾਣੇ ਆ, 5 ਦੇ ਪਹਾੜੇ ਵਿੱਚ ਆਉਣਾ ਵਾ। 5 ਦੂਣੀ 10 ਅਤੇ 3 5 15, 2/3 ਹੋ ਜਾਣਾ। 2 ਨੂੰ ਅੰਦਰ ਰੱਖੋ, 3 'ਤੇ ਭਾਗ ਕਰ ਦਿਓ, ਸਾਡੇ ਕੋਲ 0.66 ਇਹ ਪਲੱਸ ਵਿੱਚ ਆ, ਅਤੇ ਪਲੱਸ 0.66 ਮੀਟਰ ਸਾਡੇ ਕੋਲ ਡਾਇਓਪਟਰ ਮੀਟਰ ਸਾਡੇ ਕੋਲ ਆਨਸਰ ਆ ਜਾਏਗਾ ਜੀ। ਇਹ ਸਾਡਾ ਪਹਿਲਾ ਪੇਜ ਕੰਪਲੀਟ ਆ, ਇਹਨੂੰ ਸਾਈਡ 'ਤੇ ਕਰੀਏ। ਆਪਾਂ ਆ ਗਿਆ ਆਪਣੇ ਤੀਸਰੇ ਪੇਜ 'ਤੇ 6ਵੇਂ ਕੁਐਸਚਨ 'ਤੇ। ਦਾ ਫਾਰ ਪੁਆਇੰਟ ਆਫ ਏ ਮਾਈਓਪਿਕ ਪਰਸਨ ਇਜ 80 ਸੈਂਟੀਮੀਟਰ ਇਨ ਫਰੰਟ ਆਫ ਦੀ ਆਈ। ਵਟ ਇਜ਼ ਦਾ ਨੇਚਰ ਐਂਡ ਪਾਵਰ ਆਫ ਦੀ ਲੈਂਜ ਰਿਕਵਾਇਰਡ ਟੂ ਕਰੈਕਟ ਦਾ ਪ੍ਰੋਬਲਮ। ਹੁਣ ਸਾਡੇ ਕੋਲ ਕੀ ਹੈਗਾ ਵਾ ਲੈਂਜ ਰਿਕਵਾਇਰਡ ਇਜ ਕਨਕੇਵ ਲੈਂਜ। ਪਹਿਲੀ ਗੱਲ ਤਾਂ ਹੋ ਗਈ ਵੀ ਜਿਹੜਾ ਸਾਨੂੰ ਲੈਂਜ ਚਾਹੀਦਾ ਉਹ ਕਨਕੇਵ ਲੈਂਜ ਚਾਹੀਦਾ ਵਾ। ਅੱਗੇ ਸਾਡੇ ਕੋਲ ਜਿਹੜਾ ਯੂ ਆ ਉਹ ਹੈਗਾ ਵਾ ਇਨਫਿਨਿਟੀ ਯਾਨੀ ਕਿ ਅਨੰਤ। ਵੀ ਕਿੰਨੀ ਆ ਸਾਡੇ ਕੋਲ ਹੈਗੀ ਆ -80 ਸੈਂਟੀਮੀਟਰ ਆ। ਐਫ ਆਪਾਂ ਕੱਢਣੀ ਆ, ਆਪਾਂ ਫਾਰਮੂਲਾ ਯੂਜ਼ ਕਰਨਾ ਵਾ ਜਿਹੜਾ ਸਾਡੇ ਕੋਲ ਲੈਂਜ ਫਾਰਮੂਲਾ ਵਾ 1/v -1/u ਇਜ਼ ਇਕੁਅਲ ਟੂ 1/f। ਹੁਣ 1/80 ਸਾਡੇ ਕੋਲ ਹੈਗਾ -80, 1/ ਸਾਡੇ ਕੋਲ ਇਨਫਿਨਿਟੀ ਆ, ਠੀਕ ਆ ਜੀ, ਅਸੀਂ ਲਾ ਲਿਆ, ਅਤੇ 1/f। ਹੁਣ ਕੀ ਹੋਣਾ ਵਾ ਸਾਈਨ ਚੇਂਜ ਹੋਣੇ ਆ, -1/80 ਜਮਾ 0 ਹੋ ਜਾਣਾ ਵਾ, ਅਤੇ 1/f ਹੋ ਜਾਣਾ ਵਾ। ਐਫ ਕਿੰਨਾ ਆ ਜਾਣਾ -80, ਅਤੇ -80 ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ 0.8 ਲਿਖ ਸਕਦੇ ਹਾਂ। ਆਪਾਂ ਦਸ਼ਮਲਵ ਦੇ ਰੂਪ ਵਿੱਚ ਲਿਖ ਲੈਣਾ ਇਹਨੂੰ, ਮੀਟਰ ਹੋ ਜਾਣਾ। ਪਾਵਰ ਆਫ ਲੈਂਜ ਕਿੰਨੀ ਆ 1/f। ਐਫ ਸਾਡੇ ਕੋਲ ਆ ਗਿਆ ਵਾ
1/0.8 तो इनू आप लिख सकते हैं 10/8 तो 10 नूं अंदर रखांगे 10 नूं 8 नाल आपां भाग कर देंगे तो साडे को इस तरीके नाल जिहड़ा आंसर है 1.25 डी साडे को उत्तर आ जाएगा इहदा भाग करन तो बाद। वीडियो रोक के तुसीं इनू लिख सकते जे तार सकते जे। अगला क्वेश्चन साडे को आ गया वा 7वां। मेक ए डायग्राम टू शो हाउ hypermetropia is corrected. The near point of a hypermetropic eye is 1 meter. What is the power of lens required to correct this defect? Assume that near point of normal eye is 25 सेंटीमीटर। ध्यान नाल समझ लेना वा। डायग्राम साडे अहीं ड्रा करनी एक डायग्राम ड्रा की आ ये आपां अख की डायग्राम बनाई आ बाहरले बन्ने आपां लैंज लाया वा वो हैगा साडे को कन्वैक्स लैंज यानी कि कन्वर्जिंग लैंज आपां उदों लाउने आ जदों साडी जिहड़ी इमेज बाहर बने रैटिना तो बिहाइंड बने उन्होंने किरनां नूं सैट करने वास्ते कन्वर्ज करने वास्ते भी थोड़ियां अंदर रहन तो रैटिना ते प्रॉपर जिहड़ा वा इमेज बने उहदे वास्ते ये डायग्राम जिहड़ी वरती जांदी आ। इनू कहने हाइपरमैट्रोपिक आइज़ ये हुंदी आ। सानू गिवन की आ गिवन साडे को यू साडे को गिवन आ -25 सेंटीमीटर, वी गिवन आ 1 मीटर जां -100 सेंटीमीटर। हुण यूजिंग लैंज फार्मूला यूज करना वा फिर 1/f इज इक्वल टू 1/v -1/u 1/f वी साडे को हैगा वा यू साडे को हैगा वा आपां वैल्यूज पुट कर देनियां वा। वैल्यूज पुट कीतियां आपां हुण इहनूं की कीता वा इहदी जिहड़ी पोजीशन बदली ते 1/f आ जाना वा 4 - 1/100। अगे आ जाना साडे को f इज इक्वल टू 100/3। इनू आपां उल्टाया हटाउण तो बाद जो इनू भाग करांगे तो साडे को आ जाएगा। इनू होर असीं चेंज करना होएगा तो 0.33 मीटर साडे को आ जाएगा। पावर कितनी है 1/f 1/0.33 मीटर तो इनू जो भाग करांगे साडे को +3 डायोप्टर आ जाएगा। कन्वैक्स लैंज ऑफ पावर 3 डायोप्टर इज़ रिक्वायर्ड फॉर दिस डिफेक्ट। ये साडे को हो गया। हुण नैक्सट आ जाएगा साडे को क्वेश्चन 8। वाई इज़ ए नॉर्मल आई नॉट एबल टू सी क्लीयरली द ऑब्जैक्ट प्लेसड क्लोजर दैन 25 सेंटीमीटर। 25 सेंटीमीटर तो नेड़े कोई ऑब्जैक्ट करदी अपनी अख दे ते अख उन्होंने क्लीयर नहीं वेखदी। उहदा कारण की आ कि फोकल लेंथ ऑफ आई कैन नॉट बी डिक्रीज बिलो ए सर्टन मिनीमम लिमिट। जिहड़ी आई दी फोकल लेंथ आ वो सर्टन बिलो लिमिट जिहड़ी आ मिनीमम उहदे तो नहीं घट सकदी। इस करके सानू 25 सेंटीमीटर तो नेड़े दीयां चीज़ां दिखाई चंगी तरह नहीं दिंदियां। What happened to image distance in eye when we increase the distance of an object from eye? कहते अख की इमेज डिस्टेंस नूं की होगा। आंसर आ फोकल लेंथ ऑफ आई लेंस इनक्रीज ड्यू टू पावर ऑफ अकोमोडेशन। पावर ऑफ अकोमोडेशन करके जी फोकल लेंथ आई दी इनक्रीज हो जाती है। इमेज फॉर्मड एट रैटिना इमेज फॉर्म होंगी आ। मीनस डिस्टेंस ऑफ द इमेज फ्रॉम आई लेंस रिमेन द सेम। पर जिहड़ा डिस्टेंस आ इमेज का फ्रॉम आई लेंस तो वो की रहिंदा वा सेम रहिंदा वा। अगे वाई डू स्टार ट्विंकल जिहड़े साडे तारे आ ये ट्विंकल क्यों करते आ? जो सानू पता भी तारा कोई भी ट्विंकल नहीं करता। इत्थों तक इन्हां दी लाइट भी अपनी नहीं हुंदी, सूरज की लाइट ही इन्हां ते पैंदी आ ते उही लाइट रिफ्लैक्ट होकर साडियां अखां ते आउंदी आ। पर ये ट्विंकल क्यों करते आ उहदा कारण आ हुण पहलां पढ़ लईए फिर तुहानूं समझा दिंदा। The stars are very distant
कि ਜਿਹੜੇ ਤਾਰੇ ਆ ਬਹੁਤ ਦੂਰ ਆ। ਦ ਪਾਥ ਆਫ ਰੇਜ਼ ਕਮਿੰਗ ਫਰੋਮ ਸਟਾਰਸ ਇਜ਼ ਗੋਜ਼ ਥਰੂ ਏ ਮੀਡੀਅਮ ਆਫ ਐਟਮੋਸਫੀਅਰ। ਜਿਹੜੀ ਲਾਈਟ ਆਉਂਦੀ ਹੈ ਤਾਰਿਆਂ ਤੋਂ, ਰੇਜ਼ ਆਉਂਦੀਆਂ ਵਾ, ਉਹ ਇੱਕ ਵਾਤਾਵਰਨ ਤੋਂ ਲੰਘ ਕੇ ਆਉਂਦੀਆਂ ਵਾ, ਵਿਚ ਇਨਕਲੂਡ ਮੈਨੀ ਪਾਰਟੀਕਲਸ, ਜਿਹਦੇ ਵਿੱਚ ਬਹੁਤ ਸਾਰੇ ਪਾਰਟੀਕਲਸ ਹੁੰਦੇ ਆ। ਸੋ ਰਿਫਲੈਕਸ਼ਨ ਟੇਕਸ ਪਲੇਸ, ਕਿਉਂਕਿ ਜਦੋਂ ਲਾਈਟ ਰੇ ਆਫ ਲਾਈਟ ਵੱਜਦੀ ਆ ਹਰ ਪਾਰਟੀਕਲ ਤੇ ਪਾਰਟੀਕਲ ਲਾਈਟ ਨੂੰ ਰਿਫਲੈਕਟ ਕਰਦੇ ਆ, ਉਹਦਾ ਰਸਤਾ ਮੋੜਦੇ ਆ। ਲਾਈਟ ਫੋਲੋ ਜਿਗ ਜੈਗ ਪਾਥ, ਫਿਰ ਲਾਈਟ ਫੋਲੋ ਕਰਦੀ ਹੈ ਕਿ ਜਿਗ ਜੈਗ ਪਾਥ ਫੋਲੋ ਕਰਦੀ ਹੈ। ਐਜ਼ ਏ ਰਿਜ਼ਲਟ ਦ ਲਾਈਟ ਆਫ ਸਟਾਰ ਲਿਖਣਾ ਹੈ, ਸਟਾਰ ਫਲਕਚੁਏਟਸ, ਜਿਹੜੀ ਲਾਈਟ ਸਟਾਰ ਦੀ ਆ ਫਲਕਚੁਏਟ ਕਰਦੀ ਆ। ਫਲਕਚੁਏਟ ਮੀਨਸ ਵੀ ਉਹ ਹਿੱਲਦੀ ਆ, ਕਿਤੇ ਵੱਧਦੀ ਆ, ਕਿਤੇ ਘਟਦੀ ਆ, ਫਲਕਚੁਏਟ ਕਰਦੀ ਆ। ਬਰਾਈਟਰ ਐਂਡ ਫੇਂਟਰ ਐਟ ਵਨ ਐਂਡ ਅਦਰ ਪਲੇਸ, ਕਿ ਕਿਤੇ ਬਰਾਈਟ ਹੋ ਜਾਂਦੀ ਹੈ, ਕਿਤੇ ਥੋੜ੍ਹੀ ਫੇਂਟ ਹੋ ਜਾਂਦੀ ਹੈ, ਘਟ ਜਾਂਦੀ ਆ। ਦਿਸ ਕਾਜ਼ਜ਼ ਟਵਿੰਕਲਿੰਗ ਇਫੈਕਟ, ਉਹ ਟਵਿੰਕਲਿੰਗ ਇਫੈਕਟ ਜਿਹੜਾ ਪੇਸ਼ ਕਰਦੇ ਆ। ਹੁਣ ਇਹਨੂੰ ਧਿਆਨ ਨਾਲ ਵੇਖੋ, ਇਹ ਮੈਂ ਸਟਾਰ ਬਣਾਏ ਨੇ। ਇਹ ਸਾਡੀ ਆਈ ਹੈ ਜਿਹੜੀ ਉਹਨੂੰ ਟਰੇਸ ਕਰ ਰਹੀ ਹੈ, ਵੇਖ ਰਹੀ ਹੈ ਥੱਲੇ ਜ਼ਮੀਨ ਤੋਂ। ਆਹ ਵਿੱਚ ਸਾਡੇ ਜਿਹੜੇ ਪਾਰਟੀਕਲ ਆ, ਇਹ ਐਟਮੋਸਫੀਅਰਿਕ ਪਾਰਟੀਕਲ ਆ। ਜਿਹੜੀ ਲਾਈਟ ਸਟਾਰ ਤੋਂ ਆ ਰਹੀ ਹੈ, ਲਾਈਟ ਜੋ ਆਉਂਦੀ ਆ, ਇੱਕ ਪਾਰਟੀਕਲ ਦੇ ਵੱਜਦੀ ਆ, ਰਸਤਾ ਬਦਲਦਾ ਵਾ, ਦੂਜੇ ਦੇ ਵੱਜਦੀ ਆ, ਫਿਰ ਰਸਤਾ ਬਦਲਦਾ, ਤੀਜੇ ਵੱਜਦੀ ਰਸਤਾ ਬਦਲਦਾ। ਇੱਦਾਂ ਇਹ ਇੱਕ ਜਿਗ ਜੈਗ ਪਾਥ ਫੋਲੋ ਕਰਦੀ ਆ। ਸਾਡੀ ਅੱਖ ਕਿਉਂਕਿ ਸਟਾਰ ਨੂੰ ਵੇਖਦੀ ਆ, ਪਰ ਰਸਤੇ 'ਚ ਜੇ ਜਿਗ ਜੈਗ ਪਾਥ ਹੁੰਦਾ ਵਾ, ਉਹਦੇ ਕਰਕੇ ਸਾਨੂੰ ਲੱਗਦਾ ਵੀ ਜਿਹੜਾ ਸਟਾਰ ਆ ਉਹ ਇੱਦਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਹੋ ਰਿਹਾ ਵਾ। ਅਤੇ ਉਹਦੀ ਲਾਈਟ ਜਿਹੜੀ ਆ, ਕਿਉਂਕਿ ਕਿਤੇ ਕਣ ਜ਼ਿਆਦਾ ਆ ਜਾਂਦੇ ਆ, ਕਿਤੇ ਕਣ ਘੱਟ ਆ ਜਾਂਦੇ ਆ, ਕਿਤੇ ਲਾਈਟ ਸਾਨੂੰ ਜ਼ਿਆਦਾ ਦਿਖਦੀ ਆ, ਕਿਤੇ ਲਾਈਟ ਘੱਟ ਦਿਖਦੀ ਆ। ਉਹਦੇ ਕਰਕੇ ਲੱਗਦਾ ਵੀ ਜਿਹੜੇ ਸਟਾਰ ਆ ਉਹ ਟਵਿੰਕਲ ਕਰ ਰਹੇ ਆ, ਪਰ ਉਹ ਟਵਿੰਕਲ ਨਹੀਂ ਕਰਦੇ ਹੁੰਦੇ। ਸਟਾਰ ਸੀਮ ਟੂ ਬੀ ਫਲਕਚੁਏਟ ਫਰੋਮ ਰੀਅਲ ਪੋਜੀਸ਼ਨ, ਆਪਣੀ ਰੀਅਲ ਪੋਜੀਸ਼ਨ ਨੂੰ ਫਲਕਚੁਏਟ ਹੁੰਦੇ ਆ, ਹਿੱਲਦੇ ਪ੍ਰਤੀਤ ਹੁੰਦੇ ਆ। ਤਾਂ ਉਹ ਫਿਰ ਟਵਿੰਕਲਿੰਗ ਇਫੈਕਟ ਆਉਂਦਾ ਵਾ, ਕਿਉਂਕਿ ਜਿਹੜੇ ਪਾਰਟੀਕਲ ਆ ਇੱਕੋ ਜਿਹੇ ਨਹੀਂ ਹੁੰਦੇ ਹਰ ਜਗ੍ਹਾ 'ਤੇ, ਅਤੇ ਜਿਹੜੀ ਪਾਥ ਆ ਉਹ ਜਿਗ ਜੈਗ ਪਾਥ ਬਣ ਜਾਂਦਾ ਵਾ ਉਹਦਾ ਲਾਈਟ ਦਾ। ਸੋ ਟਵਿੰਕਲ ਇਫੈਕਟ ਅਕਰ, ਇਹਦੇ ਕਰਕੇ ਟਵਿੰਕਲ ਇਫੈਕਟ ਹੁੰਦਾ ਵਾ। ਅੱਗੇ ਆ ਗਿਆ ਵਾ 11ਵਾਂ ਕੁਐਸਚਨ, ਐਕਸਪਲੇਨ ਵਾਈ ਦਾ ਪਲੈਨਟ ਡੂ ਨਾਟ ਟਵਿੰਕਲ। ਪਰ ਪਲੈਨਟ ਟਵਿੰਕਲ ਨਹੀਂ ਕਰਦੇ, ਕਿਉਂਕਿ ਪਲੈਨਟ ਜਿਹੜੇ ਆ ਥੋੜ੍ਹੇ ਜਿਹੇ ਕਲੋਜ਼ ਹੁੰਦੇ ਆ, ਤਾਰਿਆਂ ਤੋਂ ਅੱਗੇ ਹੁੰਦੇ ਆ, ਲਾਗੇ ਹੁੰਦੇ ਆ ਧਰਤੀ ਦੇ। ਐਂਡ ਆਰ ਬਿੱਗਰ ਸਾਈਜ਼ ਥੋੜ੍ਹਾ ਜਿਹਾ ਬਿੱਗਰ ਲੱਗਦਾ ਵੀ ਆ, ਹੁੰਦਾ ਵੀ ਆ, ਅਤੇ ਸਾਨੂੰ ਪ੍ਰਤੀਤ ਵੀ ਹੁੰਦਾ ਵਾ। ਸੋ ਇਟ ਨਲੀਫਾਈਂਗ ਦਾ ਟਵਿੰਕਲਿੰਗ ਇਫੈਕਟ, ਇਹ ਟਵਿੰਕਲ ਇਫੈਕਟ ਨੂੰ ਰੱਦ ਕਰਦੇ ਆ, ਟਵਿੰਕਲ ਇਫੈਕਟ ਨਹੀਂ ਕਰਦੇ। ਅਗਲਾ ਕੁਐਸਚਨ ਆ, ਵਾਈ ਡਜ਼ ਦਾ ਸਨ ਅਪੀਅਰ ਰੈਡਿਸ਼ ਅਰਲੀ ਇਨ ਦਾ ਮੋਰਨਿੰਗ। ਸਵੇਰੇ ਜਦੋਂ ਹੁੰਦਾ ਵਾ ਸਨ ਜਿਹੜਾ ਰੈੱਡ ਕਿਉਂ ਪ੍ਰਤੀਤ ਹੁੰਦਾ ਵਾ। ਸਨ ਅਪੀਅਰ ਰੈਡਿਸ਼ ਬਿਕੋਜ਼ ਰੈੱਡ ਕਲਰ ਹੈਜ਼ ਵੇਵ ਲੈਂਥ ਆਫ ਲੌਂਗਰ ਟਾਈਪ, ਜਿਹੜੀ ਵੇਵ ਲੈਂਥ ਹੁੰਦੀ ਹੈ ਰੈੱਡ ਕਲਰ ਦੀ ਉਹ ਲੌਂਗਰ ਹੁੰਦੀ ਆ। ਐਜ਼ ਲਾਈਟ ਫਰੋਮ ਸਨ ਨੀਅਰ ਹੋਰੀਜ਼ਨ ਪਾਸਿਸ ਥਰੂ ਥਿੱਕਰ ਲੇਅਰ ਆਫ ਦੀ ਏਅਰ ਦੀ ਥਿੱਕਰ ਲੇਅਰ ਹੁੰਦੀ ਆ, ਏਅਰ ਤੋਂ ਲੰਘਦੀ ਆ, ਲੌਂਗ ਡਿਸਟੈਂਸ ਹੁੰਦਾ ਵਾ। ਸੋ ਬਲੂ ਲਾਈਟ ਐਂਡ ਸ਼ਾਰਟਰ ਵੇਵਲੈਂਥ ਲਾਈਟ, ਜਿੰਨੀ ਵੀ ਨੀਲੀ ਲਾਈਟ ਅਤੇ ਸ਼ਾਰਟਰ ਵੇਵਲੈਂਥ ਦੀ ਲਾਈਟ ਆ ਉਹ ਸਕੈਟਰ ਹੋ ਜਾਂਦੀ ਆ। ਜਿਹੜੇ ਪਾਰਟੀਕਲ ਆ ਏਅਰ ਦੇ ਐਟਮੋਸਫੀਅਰ ਪਾਰਟੀਕਲ, ਉਹ ਉਹਨੂੰ ਖਿਲਾਰ ਦਿੰਦੇ ਆ, ਖਿਲਰ ਜਾਂਦੀ ਆ, ਅਤੇ ਸਿਰਫ ਲੌਂਗਰ ਵੇਵਲੈਂਥ ਬਚ ਜਾਂਦੀ ਆ, ਉਹ ਹੁੰਦੀ ਆ ਰੈੱਡ। ਇਸੇ ਕਰਕੇ ਸਾਨੂੰ ਜਿਹੜਾ ਵਾ ਉਹ ਜਦੋਂ ਸਨ ਅਪੀਅਰ ਹੁੰਦਾ ਵਾ ਰੈਡਿਸ਼ ਪ੍ਰਤੀਤ ਹੁੰਦਾ ਵਾ। ਆਹ ਇੱਕ ਡਾਇਗ੍ਰਾਮੈਟਿਕਲੀ ਰਿਪ੍ਰਜੈਂਟੇਸ਼ਨ ਆ ਜੋ ਅਸੀਂ ਲਿਖਿਆ ਵਾ, ਉਹਨੂੰ ਆਪਾਂ ਕਰਤਾ ਵਾ। ਓਬਜ਼ਰਵ ਕਰ ਰਿਹਾ ਵਾ। ਸਨ ਨੀਅਰਲੀ ਓਵਰਹੈਡ, ਸਾਡੇ ਸਿਰ ਦੇ ਉੱਤੇ ਸਨ ਆ। ਲੈਸ ਬਲੂ ਸਕੈਟਰ, ਲਾਈਟ ਜਿਹੜੀ ਆ ਬਲੂ ਆ ਉਹ ਸਕੈਟਰ ਘੱਟ ਹੁੰਦੀ ਹੈ ਪਹਿਲਾਂ। ਫਿਰ ਜਦੋਂ ਆਪਾਂ ਸਨ ਨੀਅਰ ਹੋਰੀਜ਼ਨ, ਆਪਣੇ ਜਦੋਂ ਹੋਰੀਜ਼ਨ ਤੋਂ ਵੇਖਦੇ ਹਾਂ ਅਸੀਂ ਦੂਰ ਹੁੰਦੇ ਹਾਂ, ਜਦੋਂ ਪੈਂਡਾ ਟਰੈਵਲ ਕਰਕੇ ਲਾਈਟ ਅਸੀਂ ਵੇਖਦੇ ਹਾਂ, ਬਲੂ ਲਾਈਟ ਸਕੈਟਰ ਹੋ ਜਾਂਦੀ ਹੈ, ਬਲੂ ਲਾਈਟ ਪਾੜ ਜਾਂਦੀ ਹੈ, ਖਿਲਰ ਜਾਂਦੀ ਆ। ਸਨ ਅਪੀਅਰ ਰੈਡਿਸ਼, ਕਿਉਂਕਿ ਜਿਹੜੀ ਆ ਰੈੱਡ ਕਲਰ ਦੀ ਲਾਈਟ ਆ ਉਹ ਰਹਿ ਜਾਂਦੀ ਹੈ, ਕਿਉਂਕਿ ਇਹਦੀ ਵੇਵ ਲੈਂਥ ਲੰਮੀ ਹੁੰਦੀ ਆ। ਇੱਕ ਲਾਸਟ ਕੁਐਸਚਨ ਕਰ ਲਈਏ ਅਤੇ ਵੀਡੀਓ ਦੀ ਸਮਾਪਤੀ ਕਰੀਏ। ਵਾਈ ਡਜ਼ ਦਾ ਸਕਾਈ ਅਪੀਅਰ ਡਾਰਕ ਇੰਸਟੈਡ ਆਫ ਬਲੂ ਟੂ ਐਨ ਐਸਟਰੋਨੌਟ। ਜਿਹੜੇ ਐਸਟਰੋਨੌਟ ਜਾਂਦੇ ਆ ਸਪੇਸ ਵਿੱਚ, ਉਹਨਾਂ ਨੂੰ ਆਕਾਸ਼ ਕਾਲਾ ਪ੍ਰਤੀਤ ਹੁੰਦਾ ਵਾ, ਡਾਰਕ ਪ੍ਰਤੀਤ ਹੁੰਦਾ ਵਾ, ਨੀਲਾ ਨਹੀਂ ਦਿਖਦਾ ਜਿੱਦਾਂ ਸਾਨੂੰ ਇੱਥੋਂ ਦਿਖਦਾ ਵਾ। ਕਿਉਂ? ਆਨਸਰ ਆ ਦਾ ਐਸਟਰੋਨੌਟ ਰਿਵੋਲਵਸ ਅਰਾਊਂਡ ਐਟ ਵੈਰੀ ਹਾਈ ਐਲਟੀਚਿਊਡ। ਬਹੁਤ ਹਾਈ ਐਲਟੀਚਿਊਡ 'ਤੇ ਜਿਹੜਾ ਵਾ ਐਸਟਰੋਨੌਟ ਰਿਵੋਲਵ ਕਰਦਾ ਵਾ, ਜਿੱਦਾਂ ਸੈਟਲਾਈਟ ਕਰਦੇ ਆ ਦੂਰ। ਹੇਅਰ ਸਕੈਟਰਿੰਗ ਆਫ ਲਾਈਟ ਇਜ਼ ਨੈਗਲੀਜੀਬਲ, ਜਿੱਥੇ ਲਾਈਟ ਦੀ ਸਕੈਟਰਿੰਗ ਹੁੰਦੀ ਨਹੀਂ ਗੀ, ਕਿਉਂਕਿ ਐਟਮੋਸਫੀਅਰ ਹੀ ਨਹੀਂ ਹੁੰਦਾ। ਸੋ ਸਕਾਈ ਅਪੀਅਰ ਬਲੈਕ ਟੂ ਐਨ ਐਸਟਰੋਨੌਟ। ਆਪਾਂ ਰਿਪ੍ਰਜੈਂਟੇਸ਼ਨ ਕੀਤੀ ਹੈ ਡਾਇਗ੍ਰਾਮੈਟਿਕਲੀ। ਵੇਖੋ ਅਰਥ ਨੂੰ ਬਣਾਇਆ ਵਾ, ਇਹ ਐਟਮੋਸਫੀਅਰ ਬਣਾਇਆ ਵਾ। ਐਟਮੋਸਫੀਅਰ ਵੇਅਰ ਸਕੈਟਰਿੰਗ ਆਫ ਲਾਈਟ ਅਕਰ, ਇੱਥੇ ਸਕੈਟਰਿੰਗ ਹੋਣੀ ਆ।
ਉੱਤੇ ਕੋਈ ਐਟਮੋਸਫੀਅਰ ਨਹੀਂ ਆ ਸੈਟਲਾਈਟ ਰਿਵੋਲਵ ਕਰ ਰਿਹਾ ਵਾ ਆ ਐਸਟਰੋਨੌਟ ਆ ਭਾਵੇਂ ਸੈਟਲਾਈਟ ਦੇ ਵਿੱਚ ਹੋਵੇ ਭਾਵੇਂ ਬਾਹਰ ਹੋਵੇ ਪਰ ਉਹਨੂੰ ਕੋਈ ਵੀ ਜਿਹੜੀ ਆ ਸਕੈਟਰਿੰਗ ਜਿਹੜੀ ਨਹੀਂ ਵੇਖਣ ਨੂੰ ਮਿਲਦੀ ਕਿਉਂਕਿ ਸਾਰਾ ਉਹਨੂੰ ਕਾਲਾ ਲੱਭਦਾ ਵਾ। ਐਸਟਰੋਨੌਟ ਆਲਸੋ ਰਿਵੋਲਵਸ ਅਬਵ ਐਟਮੋਸਫੀਅਰ ਤੋਂ ਉੱਤੇ ਰਿਵੋਲਵ ਕਰਦਾ ਵਾ ਸੋ ਸਪੇਸ ਅਪੀਅਰ ਡਾਰਕ ਟੂ ਐਸਟਰੋਨੌਟ, ਇਸ ਕਰਕੇ ਉਹਨੂੰ ਜਿਹੜੀ ਸਪੇਸ ਆ ਉਹ ਡਾਰਕ ਲੱਗਦੀ ਆ। ਸੋ ਬੱਚਿਓ ਇਹ ਸੀ ਵੀਡੀਓ ਆਪਾਂ ਪਹਿਲੇ ਪਾਰਟ ਵਿੱਚ 11ਵੇਂ ਪਾਰਟ ਦੇ ਪਹਿਲੇ ਪਾਰਟ ਵਿੱਚ ਕੁਐਸਚਨ 13 ਕਵਰ ਕੀਤੇ ਨੇ। ਆਪਾਂ 2 ਹੋਰ ਵੀਡੀਓ ਕਵਰ ਕਰਾਂਗੇ ਤੇ ਲੈਸਨ 11 ਨੂੰ ਕੰਪਲੀਟ ਕਰ ਦਾਂਗੇ। ਇਹ ਸਾਡੇ ਕੋਲ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਵਾਸਤੇ ਵੀ ਹੈ ਤੇ ਪੰਜਾਬੀ ਵਿੱਚ ਮੈਂ ਸਮਝਾਇਆ ਵਾ ਤੇ ਵੀਡੀਓ ਰੋਕ ਕੇ ਤੁਸੀਂ ਇਹਦੇ ਜਿਹੜੇ ਨੋਟਸ ਲੈ ਸਕਦੇ ਜੇ ਤੇ ਜਿਹੜੇ ਬੱਚੇ ਮੇਰੇ ਘਰ ਦੇ ਨੇੜੇ ਆ ਉਹਨਾਂ ਨੂੰ ਮੈਂ ਨੋਟਸ ਉੱਦਾਂ ਫੋਟੋ ਕਾਪੀ ਨਾਲ ਵੀ ਪ੍ਰੋਵਾਈਡ ਕਰਵਾ ਦਾਂਗਾ। ਤੇ ਇਹ ਸੀ ਵੀਡੀਓ ਤੇ ਅਗਲੀ ਵੀਡੀਓ ਵੇਖਣ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰਿਓ ਤੇ ਜੇ ਲੋੜ ਪੈਂਦੀ ਹੈ ਕਿਸੇ ਬੱਚੇ ਨੂੰ ਹੋਰ ਸਹਾਇਤਾ ਦੀ ਲੋੜ ਹੈ ਤਾਂ ਸ਼ੇਅਰ ਕਰਿਓ ਤਾਂ ਕਿ ਜਿਹੜੀ ਮੇਰੀ ਵੀ ਹੌਸਲਾ ਅਫਜ਼ਾਈ ਜਿਹੜੀ ਬਣੀ ਰਹੇ ਤੇ ਮੈਂ ਵੱਧ ਤੋਂ ਵੱਧ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦਾ ਰਹਾਂ। ਸੋ ਬੱਚਿਓ ਅੰਤ ਵਿੱਚ ਹੱਸਦੇ ਰਹੋ, ਵਸਦੇ ਰਹੋ ਤੇ ਜਿੰਦਾ ਦਿਲ ਨਾਲ ਆਪਣੀ ਜ਼ਿੰਦਗੀ ਜਿਉਂਦੇ ਰਹੋ ਤੇ ਕਰੋਨਾ ਮਹਾਮਾਰੀ ਵਿੱਚ ਬਿਲਕੁਲ ਆਪਣਾ ਵੀ ਬਚਾਅ ਕਰੋ, ਆਪਣੇ ਘਰਦਿਆਂ ਦਾ ਵੀ ਬਚਾਅ ਰੱਖੋ, ਸੇਫ ਰਹੋ, ਸੁਰੱਖਿਅਤ ਰਹੋ ਤੇ ਪੜ੍ਹਦੇ ਰਹੋ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਜੀ।